ਸ੍ਰੀ ਹਰਿਮੰਦਰ ਸਾਹਿਬ ਪੰਜਾਬ ਦੇ ਪ੍ਰਸਿੱਧ ਅਤੇ ਇਤਿਹਾਸਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਹੈ। ਇਸ ਨੂੰ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਹੈ। ਇਸ ਦੀ ਹੋਂਦ ਉਸਾਰੀ ਅਤੇ ਵਿਕਾਸ ਵਿੱਚ 4 ਗੁਰੂ ਸਾਹਿਬਾਨਾਂ ਦਾ ਯੋਗਦਾਨ ਹੈ। ਇਸ ਪਾਵਨ ਧਰਤ ਨੂੰ ਗੁਰੂ ਨਾਨਕ ਦੇ ਚਰਨਾਂ ਦੀ ਸੋਹ ਪ੍ਰਾਪਤ ਹੈ। ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਬਚਨਾਂ ਦੀ ਪਾਲਣਾ ਕਰਦੇ ਹੋਏ ਅੰਮ੍ਰਿਤਸਰ ਸਿਫਤੀ ਦੇ ਘਰ ਦੀ ਨੀਂਹ ਰੱਖੀ ਅਤੇ ਅੰਮ੍ਰਿਤ ਦੇ ਸਰੋਵਰ ਦਾ ਕਾਰਜ ਆਰੰਭ ਕੀਤਾ, ਜਿਸ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ ਅਤੇ ਇਸ ਸਰੋਵਰ ਦੇ ਐਨ ਵਿਚਕਾਰ ਹਰਿਮੰਦਰ ਦੀ ਉਸਾਰੀ ਕੀਤੀ, ਜੋ ਅੱਜ ਵਿਸ਼ਵ ਭਰ ਵਿੱਚ ਕੇਵਲ ਸਿੱਖਾਂ ਦਾ ਹੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਦਾ ਮਹਾਨ ਤੀਰਥ ਅਸਥਾਨ ਬਣ ਗਿਆ ਹੈ। ਕਿਹਾ ਜਾਂਦਾ ਹੈ ਕਿ ਪਹਿਲਾਂ ਇਸ ਅਸਥਾਨ 'ਤੇ ਛੋਟੀ ਜਿਹੀ ਛੱਪੜੀ ਹੁੰਦੀ ਸੀ, ਜੋ ਆਪਣੀ ਪਵਿੱਤਰਤਾ ਵਿੱਚ ਇੰਨੀ ਪ੍ਰਸਿੱਧ ਹੋ ਗਈ ਕਿ ਅਨੇਕਾਂ ਹੀ ਸ਼ਰਧਾਲੂ ਆਪਣੇ ਦੁੱਖਾਂ ਅਤੇ ਰੋਗਾਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਇੱਥੇ ਦਰਸ਼ਨ ਇਸ਼ਨਾਨ ਕਰਨ ਲਈ ਆਉਣ ਲੱਗ ਪਏ। ਇਸ ਅਸਥਾਨ ਨਾਲ ਸੰਬੰਧਿਤ ਬੀਬੀ ਰਜਨੀ ਦੇ ਸਿਦਕ ਅਤੇ ਵਿਸ਼ਵਾਸ ਦੀ ਗਾਥਾ ਅੱਜ ਵੀ ਸ਼ਰਧਾਲੂਆਂ ਦੇ ਮਨਾਂ ਵਿੱਚ ਵਸੀ ਹੋਈ ਹੈ। ਬੀਬੀ ਰਜਨੀ ਇੱਕ ਧਨਾੜ ਅਤੇ ਹੰਕਾਰੀ ਰਾਜੇ ਦੀ ਸਭ ਤੋਂ ਛੋਟੀ ਬੇਟੀ ਸੀ। ਉਸ ਨੂੰ ਕੇਵਲ ਪਰਮਾਤਮਾ ਵਿੱਚ ਹੀ ਅਟੱਲ ਵਿਸ਼ਵਾਸ ਸੀ, ਪਰ ਹੰਕਾਰੀ ਰਾਜੇ ਨੇ ਉਸ ਦਾ ਵਿਆਹ ਇੱਕ ਪਿੰਗਲੇ ਨਾਲ ਕਰ ਦਿੱਤਾ। ਉਸ ਨੇ ਇਸ ਨੂੰ ਵੀ ਅਕਾਲ ਪੁਰਖ ਦਾ ਭਾਣਾ ਸਮਝ ਕੇ ਸਵੀਕਾਰ ਕਰ ਲਿਆ ਤੇ ਗੁਰੂ ਦਰਸ਼ਨਾਂ ਲਈ ਗੁਰੂ ਕੇ ਚੱਕ ਚਲੀ ਗਈ। ਉੱਥੇ ਪਹੁੰਚ ਕੇ ਇਸ ਦੇ ਪਤੀ ਨੇ ਇੱਕ ਛੱਪੜੀ ਵਿੱਚੋਂ ਕਾਲੇ ਕਾਵਾਂ ਨੂੰ ਚਿੱਟੇ ਹੁੰਦੇ ਵੇਖਿਆ ਤੇ ਆਪ ਵੀ ਉਸ ਛੱਪੜੀ ਵਿੱਚ ਟੁੱਬੀ ਲਾ ਲਈ ਅਤੇ ਕੋੜ ਰੋਗ ਤੋਂ ਮੁਕਤ ਹੋ ਗਿਆ। ਇਸ ਤਰ੍ਹਾਂ ਬੀਬੀ ਰਜਨੀ ਦਾ ਸਿਦਕ ਅਤੇ ਵਿਸ਼ਵਾਸ ਸਾਰੇ ਸੰਸਾਰ ਦੇ ਦੁੱਖਾਂ ਅਤੇ ਰੋਗਾਂ ਨੂੰ ਕੱਟਣ ਲਈ ਇੱਕ ਸਦੀ ਵੀ ਉਦਾਹਰਨ ਬਣ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਪ੍ਰਸਿੱਧ ਸੂਫੀ ਫਕੀਰ ਸਾਈਂ ਮੀਆਂ ਮੀਰ ਜੀ ਕੋਲੋਂ ਰਖਵਾਈ। ਸੂਫੀ ਫਕੀਰ ਹੱਥੋਂ ਸਾਂਝੇ ਰੱਬ ਦੇ ਘਰ ਦੀ ਨੀਂਹ ਰਖਵਾਉਣੀ ਸੰਸਾਰ ਵਿੱਚ ਸਾਂਝੀਵਾਲਤਾ ਦਾ ਬੇਮਿਸਾਲ ਸਬੂਤ ਹੈ। ਇਤਿਹਾਸ ਦੱਸਦਾ ਹੈ ਕਿ ਅਚੇਤ ਹੀ ਸਾਈਂ ਜੀ ਕੋਲੋਂ ਇੱਕ ਇੱਟ ਪੁੱਠੀ ਰੱਖੀ ਗਈ, ਜੋ ਮਿਸਤਰੀ ਨੇ ਉਲਟਾ ਕੇ ਸਿੱਧੀ ਕਰ ਦਿੱਤੀ। ਇਹ ਵੇਖ ਕੇ ਗੁਰੂ ਜੀ ਨੇ ਭਵਿੱਖਬਾਣੀ ਕੀਤੀ ਕਿ ਕਿਸੇ ਵੇਲੇ ਇਹ ਮੰਦਰ ਢਹਿ ਕੇ ਮੁੜ ਉਸਰੇਗਾ, ਜੋ ਸੱਚ ਸਾਬਿਤ ਹੋਈ। 1762 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਇਸ ਮੰਦਰ ਦਾ ਬਹੁਤ ਨੁਕਸਾਨ ਕੀਤਾ ਤੇ ਸਰੋਵਰ ਵਿੱਚ ਮਿੱਟੀ ਭਰਵਾ ਦਿੱਤੀ। ਕੁਝ ਚਿਰ ਬਾਅਦ ਸਿੱਖਾਂ ਨੇ ਸਰੋਵਰ ਦੀ ਖੁਦਵਾਈ ਕਰਾ ਕੇ ਮੁੜ ਹਰਿਮੰਦਰ ਸਾਹਿਬ ਦੀ ਉਸਾਰੀ ਕੀਤੀ। 1604 ਈਸਵੀ ਵਿੱਚ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਹੈੱਡ ਗ੍ਰੰਥੀ
ਹੋਣ ਦਾ ਮਾਣ ਬਖਸ਼ਿਆ। ਰੋਜ਼ਾਨਾ ਹੀ ਹਜ਼ਾਰਾਂ ਸ਼ਰਧਾਲੂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ। ਇੱਥੇ ਨਿਰੰਤਰ ਗੁਰਬਾਣੀ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ। ਪ੍ਰਭੂ ਉਸਤਤ ਦੀਆਂ ਧੁਨਾਂ ਵਿੱਚ ਇਲਾਹੀ ਕੀਰਤਨ ਸਰਵਣ ਕਰਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇ ਜਲੌ ਅਤੇ ਸ਼ਾਨ ਵਿੱਚ ਵਾਧਾ ਕਰਨ ਲਈ ਇਸ ਦੇ ਗੁੰਬਦ ਅਤੇ ਦੀਵਾਰਾਂ ਨੂੰ ਸੋਨੇ ਦੇ ਪੱਤਰਿਆਂ ਨਾਲ ਜੜਵਾ ਦਿੱਤਾ। ਇਸ ਲਈ ਇਸ ਨੂੰ ਗੋਲਡਨ ਟੈਂਪਲ ਕਰਕੇ ਜਾਣਿਆ ਜਾਣ ਲੱਗ ਪਿਆ। ਗੁਰੂ ਘਰ ਦੇ ਸ਼ਰਧਾਲੂਆਂ ਨੇ ਸੋਨੇ ਅਤੇ ਸੰਗਮਰਮਰ ਦੀ ਸੇਵਾ ਕਰਕੇ ਇਸ ਦੀ ਸਜਾਵਟ ਵਿੱਚ ਬੇਮਿਸਾਲ ਵਾਧਾ ਕੀਤਾ ਹੈ। ਇਸ ਉੱਤੇ ਮੀਨਾਕਾਰੀ, ਚਿੱਤਰਕਾਰੀ, ਕੀਮਤੀ ਪੱਥਰ, ਨਗ ਅਤੇ ਹੋਰ ਨਕਾਸ਼ੀ ਦਾ ਕੰਮ ਆਪਣੇ ਆਪ ਵਿੱਚ ਹੀ ਇੱਕ ਮਿਸਾਲ ਹੈ। ਵੱਖ-ਵੱਖ ਕਲਾਕਾਰਾਂ ਵੱਲੋਂ ਅੱਜ ਵੀ ਇਸ ਦੀ ਸੁੰਦਰਤਾ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਇਹ ਮੰਦਰ ਰੇਲਵੇ ਸਟੇਸ਼ਨ ਤੋਂ ਕੋਈ 1.5 ਕੁ ਮੀਲ ਦੀ ਵਿੱਥ 'ਤੇ ਅਤੇ ਹਾਲ ਗੇਟ ਤੋਂ ਚੌਂਕ ਘੰਟਾ ਘਰ ਦੇ ਸਾਹਮਣੇ ਹੈ। ਇਸ ਮੰਦਰ ਦੀ ਵਿਉਂਤ ਡੂੰਘੇ ਭਾਵਾਂ ਅਤੇ ਪ੍ਰਤੀਕਾਂ ਨਾਲ ਭਰਪੂਰ ਹੈ। ਪ੍ਰਵੇਸ਼ ਦੁਆਰ ਤੋਂ 13 ਪੌੜੀਆਂ ਹੇਠਾਂ ਉਤਰ ਕੇ ਵੱਡੀ ਪਰਿਕਰਮਾ ਅਤੇ ਪਵਿੱਤਰ ਅੰਮ੍ਰਿਤ ਸਰੋਵਰ ਹੈ ਅਤੇ ਇਸ ਸਰੋਵਰ ਦੇ ਵਿਚਕਾਰ ਝਿਲਮਿਲ ਕਰਦਾ ਸੁਨਹਿਰੀ ਮੰਦਰ ਹੈ। ਧਰਤ ਤੋਂ ਨੀਵੇਂ ਹੋਣਾ ਹੀ ਆਪਣੇ ਆਪ ਵਿੱਚ ਨਿਮਰਤਾ ਦਾ ਸੂਚਕ ਹੈ। ਇਸ ਦੇ 4 ਦਰਵਾਜ਼ੇ ਚੌਵਰਨਾਂ ਲਈ ਬਿਨਾਂ ਕਿਸੇ ਭੇਦਭਾਵ ਦੇ ਖੁੱਲ੍ਹੇ ਹਨ ਅਤੇ ਪਰਮਾਤਮਾ ਦੇ ਸਰਬ ਵਿਆਪਕ ਹੋਣ ਦਾ ਪ੍ਰਮਾਣ ਵੀ ਹਨ। ਅਕਾਲ ਪੁਰਖ ਦੀ ਜੋਤ ਦਾ ਪ੍ਰਕਾਸ਼ ਹਰ ਥਾਂ ਹਰ ਪਾਸੇ ਹੈ। ਉਪਦੇਸ਼ ਚੌਵਰਨਾ ਕੋ ਸਾਂਝਾ, ਪਰ ਰਸਤਾ ਕੇਵਲ ਇੱਕੋ ਹੀ ਹੈ। ਇਹ 84 ਕਦਮਾਂ ਦਾ ਰਸਤਾ ਦਰਸ਼ਨੀ ਡਿਓਢੀ ਨੂੰ ਇੱਕ ਪੁਲ ਰਾਹੀਂ ਹਰਿਮੰਦਰ ਨਾਲ ਮਿਲਾਉਂਦਾ ਹੈ। ਵਿਅਕਤੀ ਸ਼ਬਦ ਸੁਰਤ ਵਿੱਚ ਲੀਨ ਹੋਇਆ 84 ਦੇ ਗੇੜ ਨੂੰ ਇੱਕ ਪੁਲ ਰਾਹੀਂ ਪਾਰ ਕਰਕੇ ਸੱਚਖੰਡ ਪੁੱਜ ਜਾਂਦਾ ਹੈ। ਉੱਥੇ ਪਹੁੰਚ ਕੇ ਹਰ ਕੀ ਪੌੜੀ ਤੋਂ ਅੰਮ੍ਰਿਤ ਦਾ ਚੂੜਾ ਲੈ ਕੇ ਤ੍ਰਿਪਤ ਹੋ ਜਾਂਦਾ ਹੈ। ਸ਼ਰਧਾਲੂ ਖੱਬੇ ਪਾਸੇ ਤੋਂ ਪਰਿਕਰਮਾ ਸ਼ੁਰੂ ਕਰਦੇ ਹਨ। ਪਰਿਕਰਮਾ ਵਿੱਚ ਦੁੱਖ ਭੰਜਣੀ ਬੇਰੀ ਹੈ। ਇੱਥੇ ਹੀ ਪਿੰਗਲਾ ਇਸ਼ਨਾਨ ਕਰਕੇ ਅਰੋਗ ਹੋਇਆ ਸੀ। ਇਸ ਦੇ ਨਾਲ ਹੀ ਥੜਾ ਸਾਹਿਬ ਹੈ। ਗੁਰੂ ਰਾਮਦਾਸ ਜੀ ਕੱਚੇ ਸਰੋਵਰ ਦੀ ਖੁਦਵਾਈ ਵੇਲੇ ਇੱਥੇ ਬੈਠਦੇ ਸਨ ਅਤੇ ਨਾਲ ਹੀ 68 ਤੀਰਥ ਵਾਲਾ ਅਸਥਾਨ ਹੈ। ਇੱਥੇ ਪਹਿਲੇ 4 ਗੁਰੂ ਸਾਹਿਬਾਨਾਂ ਦੇ ਚਰਨ ਪਏ ਸਨ ਤੇ ਮਹਾਰਾਜਾ ਰਣਜੀਤ ਸਿੰਘ ਦਾ ਬਣਾਇਆ ਹੋਇਆ ਛੋਟੀ ਸੁਨਹਿਰੀ ਛਤਰੀ ਵਾਲਾ ਮੰਦਰ ਹੈ। ਇਸ ਦੇ ਖੱਬੇ ਪਾਸੇ ਵੱਡੀ ਡਿਓਢੀ ਹੈ ਜਿੱਥੇ ਗੁਰੂ ਕੇ ਲੰਗਰ ਹਾਲ ਵੱਲ ਜਾਣ ਦਾ ਰਸਤਾ ਹੈ। ਇੱਥੇ 24 ਘੰਟੇ ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ। ਇੱਥੋਂ ਹੀ ਬਾਬਾ ਅਟੱਲ ਵੱਲ ਜਾਣ ਦਾ ਰਸਤਾ ਹੈ। ਪਰਿਕਰਮਾ ਵਿੱਚ ਇਸ ਤੋਂ ਅੱਗੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦ ਬੁੰਗਾ ਹੈ। ਇੱਥੇ ਸ਼ਰਧਾਲੂ ਬਾਬਾ ਜੀ ਦੀ ਲਾਸਾਨੀ ਕੁਰਬਾਨੀ 'ਤੇ ਸੀਸ ਝੁਕਾ ਕੇ ਅੱਗੇ ਤੁਰੀ ਜਾਂਦੇ ਹਨ। ਇਸ ਪਰਿਕਰਮਾ ਵਿੱਚ ਕਈ ਸ਼ਹੀਦਾਂ ਦੇ ਖੂਨ ਦੀਆਂ ਗਾਥਾ ਸਮਾਈ ਹੋਈ ਹੈ। ਦਰਸ਼ਨੀ ਡਿਓਢੀ ਦੇ ਬਾਹਰ ਸੱਜੇ ਹੱਥ ਲਾਚੀ ਵੇਰੀ ਹੈ।
ਭਾਈ ਸਾਲੋ ਜੀ ਵੀ ਇਸ ਵੇਰੀ ਨਾਲ ਮਹਿਤਾਬ ਸਿੰਘ ਤੇ ਉਸਦੇ ਸਾਥੀਆਂ ਨੇ ਆਪਣੇ ਘੋੜੇ ਬੰਨੇ ਸਨ ਤੇ ਮੱਛੇ ਰੰਗੜ ਦੇ ਕੁਕਰਮਾਂ ਦਾ ਬਦਲਾ ਉਸਦਾ ਸਿਰ ਵੱਢ ਕੇ ਲਿਆ ਸੀ। ਦਰਸ਼ਨੀ ਡਿਓਢੀ ਦੀ ਸੱਜੀ ਬਾਹੀ ਹੇਠ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਰਾਮ ਭਵਨ ਹੈ। ਪਰਿਕਰਮਾ ਕਰਦੇ ਹੋਏ ਸ਼ਰਧਾਲੂ ਪ੍ਰਸਾਦ ਲੈ ਕੇ ਦਰਸ਼ਨੀ ਡਿਓਢੀ ਤੋਂ ਸਵਰਨ ਮੰਦਰ ਪਹੁੰਚਦੇ ਹਨ। ਇਹ ਰਸਤਾ ਕਾਫੀ ਚੌੜਾ ਹੈ। ਇਹ 2 ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਰਸਤਾ ਹਰਿਮੰਦਰ ਸਾਹਿਬ ਵਿੱਚ ਜਾਣ ਵਾਲਿਆਂ ਲਈ ਹੈ ਤੇ ਦੂਜਾ ਵਾਪਸ ਆਉਣ ਵਾਲਿਆਂ ਲਈ। ਹਰਿਮੰਦਰ ਸਾਹਿਬ ਵਿੱਚ ਹੋ ਰਹੇ ਸ਼ਬਦ ਕੀਰਤਨ ਦੀ ਧੁਨੀ ਹਰ ਯਾਤਰੀ ਨੂੰ ਇੱਕ ਅਨੋਖਾ ਰਸ ਪ੍ਰਦਾਨ ਕਰਦੀ ਹੈ। ਸਭ ਇੱਕ ਵਾਰੀ ਤਾਂ ਸੰਸਾਰਕ ਝਮੇਲਿਆਂ ਨੂੰ ਭੁੱਲ ਕੇ ਆਪਣੇ ਆਪ ਨੂੰ ਇੱਕ ਨਵੀਂ ਦੁਨੀਆ ਵਿੱਚ ਪੁੱਜਿਆ ਮਹਿਸੂਸ ਕਰਦੇ ਹਨ। ਇਹ ਸਭ ਇਲਾਹੀ ਨਜ਼ਾਰਾ ਦੇਖ ਕੇ ਅਕਾਲ ਪੁਰਖ ਦੀ ਉਸਤਤ ਵਿੱਚ ਆਪ ਮਹਾਰੇ ਹੀ ਬੋਲ ਉੱਠਦੇ ਹਨ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਸਭ ਬਾਰੋ ਬਾਰੀ ਸ੍ਰੀ ਦਰਬਾਰ ਸਾਹਿਬ ਅੱਗੇ ਮੱਥਾ ਟੇਕਦੇ ਹਨ ਅਤੇ ਚੜ੍ਹਾਵਾ ਝਾੜਦੇ ਹਨ। ਇੱਥੇ ਰਾਗੀ ਜਥੇ ਬਾਰੋ ਬਾਰੀ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਰਸ ਭਿੰਨਾ ਕੀਰਤਨ ਕਰਦੇ ਹਨ। ਹਰ ਵੇਲੇ ਸੰਗਤਾਂ ਦੇ ਆਉਣ ਜਾਣ ਦਾ ਤਾਂਤਾ ਵੱਜਿਆ ਰਹਿੰਦਾ ਹੈ। ਸ੍ਰੀ ਹਰਿਮੰਦਰ ਸਾਹਿਬ ਅਜਿਹਾ ਸੱਚਖੰਡ ਹੈ ਜਿੱਥੇ ਨਿਰੰਕਾਰ ਆਪ ਵਸਦਾ ਹੈ। ਹਰ ਪਾਸੇ ਉਸਦਾ ਹੀ ਰੱਬੀ ਨੂਰ ਹੈ। ਇਹ ਹਰਿਮੰਦਰ ਹੈ, ਗੁਰੂ ਦਾ ਘਰ ਹੈ। ਇੱਥੇ ਆ ਕੇ ਮਨੁੱਖ ਦਾ ਮਨ ਸਰੋਵਰ ਦੇ ਠੰਡ ਵਰਤਾਊ ਅੰਮ੍ਰਿਤ ਅਤੇ ਸ਼ਬਦ ਕੀਰਤਨ ਨਾਲ ਗੂੰਜ ਰਹੇ ਵਾਤਾਵਰਨ ਕਰਕੇ ਸ਼ਾਂਤ ਹੋ ਜਾਂਦਾ ਹੈ। ਇਸ ਮੰਦਰ ਦੇ ਪਿਛਲੇ ਪਾਸੇ ਪੌੜੀਆਂ ਵਾਲੇ ਘਾਟ ਨੂੰ ਹਰਕੀ ਪੌੜੀ ਕਿਹਾ ਜਾਂਦਾ ਹੈ। ਇੱਥੋਂ ਹੀ ਸਰੋਵਰ ਦੀ ਕਾਰ ਸੇਵਾ ਆਰੰਭ ਕੀਤੀ ਗਈ ਸੀ ਤੇ ਹਰਿਮੰਦਰ ਸਾਹਿਬ ਤਿਆਰ ਹੋਣ ਵੇਲੇ ਗੁਰੂ ਜੀ ਨੇ ਇੱਥੋਂ ਹੀ ਅੰਮ੍ਰਿਤ ਲਿਆ ਸੀ। ਇਸ ਮੰਦਰ ਦੀ ਉੱਪਰਲੀ ਮੰਜ਼ਿਲ ਤੇ ਸੀਸ ਮਹਿਲ ਹੈ ਜਿੱਥੇ ਗੁਰੂ ਜੀ ਭਗਤੀ ਕਰਦੇ ਸਨ। ਦਰਸ਼ਨੀ ਡਿਓਢੀ ਦੇ ਐਨ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਹੈ। ਗੁਰੂ ਹਰਗੋਬਿੰਦ ਜੀ ਨੇ ਦੁਸ਼ਟਾਂ ਦਾ ਨਾਸ਼ ਕਰਨ ਲਈ ਅਕਾਲ ਪੁਰਖ ਦੇ ਨਾਮ ਤੇ ਇਸ ਤਖਤ ਦੀ ਉਸਾਰੀ ਕੀਤੀ, ਸ਼ਸਤਰ ਧਾਰਨ ਕੀਤੇ ਤੇ ਮੀਰੀ ਪੀਰੀ ਦੀ ਸਥਾਪਨਾ ਕੀਤੀ, ਕਿਉਂਕਿ ਭਗਤੀ ਦੇ ਨਾਲ ਨਾਲ ਸ਼ਕਤੀ ਦੀ ਵੀ ਲੋੜ ਹੁੰਦੀ ਹੈ। ਇਹ ਸਿੱਖਾਂ ਦੀ ਸਭ ਤੋਂ ਵੱਡੀ ਕਚਹਿਰੀ ਹੈ, ਪੰਥਕ ਜਥੇਬੰਦੀ ਦਾ ਕੇਂਦਰ ਹੈ, ਸਿੱਖਾਂ ਦਾ ਸਭ ਤੋਂ ਪਹਿਲਾ ਤਖਤ ਹੈ। ਇਸ ਦੇ ਨਾਲ ਹੀ ਥੜਾ ਸਾਹਿਬ ਦੂਜਾ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਦਰਸ਼ਨਾਂ ਲਈ ਆਏ ਸਨ, ਪਰ ਪੁਜਾਰੀਆਂ ਨੇ ਦਰਸ਼ਨੀ ਦਰਵਾਜ਼ਾ ਬੰਦ ਕਰ ਲਿਆ ਸੀ। ਇਸ ਤੋਂ ਅੱਗੇ ਪਰਿਕਰਮਾ ਵਿੱਚ ਬਾਬਾ ਬੁੱਢਾ ਜੀ ਨਾਲ ਸੰਬੰਧਿਤ ਬੇਰੀ ਹੈ। ਇੱਥੇ ਬੈਠ ਕੇ ਆਪ ਕਾਰ ਸੇਵਾ ਕਰਦੇ ਸਨ। ਸਿੱਖ ਰਾਜ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸੇਵਕਾਂ ਵੱਲੋਂ ਬੇਸ਼ੁਮਾਰ ਕੀਮਤੀ ਵਸਤਾਂ ਭੇਟ ਕੀਤੀਆਂ ਗਈਆਂ, ਜਿਨ੍ਹਾਂ ਨੂੰ ਤੌਸੇਖਾਨੇ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ। ਵਿਸ਼ੇਸ਼ ਗੁਰਪੁਰਬਾਂ ਤੇ ਇਹਨਾਂ ਦੀ ਪ੍ਰਦਰਸ਼ਨੀ ਲਾਈ ਜਾਂਦੀ ਹੈ। ਅਜਾਇਬ ਘਰ ਵਿੱਚ ਰੋਂਗਟੇ ਖੜੇ ਕਰਨ ਵਾਲਾ ਸਿੱਖ ਇਤਿਹਾਸ ਵੀ ਸਾਂਭਿਆ ਪਿਆ ਹੈ। ਇੱਥੇ ਦੀਵਾਲੀ ਅਤੇ ਵਿਸਾਖੀ ਦੇ ਮੇਲੇ ਵਿਸ਼ੇਸ਼ ਤੌਰ ਤੇ ਵੇਖਣ ਯੋਗ ਹੁੰਦੇ ਹਨ। ਦੀਵਾਲੀ ਦੀ ਰਾਤ ਨੂੰ ਕੀਤੀ ਗਈ ਦੀਪਮਾਲਾ ਇੱਕ ਅਨੋਖਾ ਰੰਗ ਪਾਉਂਦੀ ਹੈ।
ਹਰਿਮੰਦਰ ਤੇ ਪਰਿਕਰਮਾ ਵਿੱਚ ਦੀਪਮਾਲਾ ਦੀ ਜਗਮਗ ਸਰੋਵਰ ਵਿੱਚ ਅਸਮਾਨੀ ਤਾਰਿਆਂ ਦਾ ਅਕਸ ਤੇ ਆਤਿਸ਼ਬਾਜ਼ੀ ਨਾਲ ਦ੍ਰਿਸ਼ ਹੋਰ ਵੀ ਚਮਕ ਉੱਠਦਾ ਹੈ। ਇਹਨਾਂ ਮੇਲਿਆਂ ਵਿੱਚ ਬੇਸ਼ੁਮਾਰ ਭੀੜ ਹੁੰਦੀ ਹੈ ਤੇ ਕਿਤੇ ਤਿਲ ਧਰਨ ਨੂੰ ਥਾਂ ਨਹੀਂ ਮਿਲਦੀ। ਇੰਨੀ ਦਿਨੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਬੜੇ ਵੱਡੇ ਪੱਧਰ 'ਤੇ ਤਿਆਰੀਆਂ ਤੇ ਪ੍ਰਬੰਧ ਕੀਤੇ ਹੁੰਦੇ ਹਨ। ਨਵੀਂ ਤਕਨਾਲੋਜੀ ਦੀਆਂ ਸਹੂਲਤਾਂ ਅਤੇ ਰੌਸ਼ਨੀ ਦੇ ਬੇਮਿਸਾਲ ਪ੍ਰਬੰਧ ਨਾਲ ਇਸ ਦੀ ਸਜਾਵਟ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਆਵਾਜਾਈ ਤੇ ਸੁੱਖ ਸੁਵਿਧਾ ਲਈ ਸ਼ਹਿਰ ਵਿੱਚ ਦਰਬਾਰ ਸਾਹਿਬ ਨਾਲ ਮਿਲਣ ਵਾਲਾ ਫਲਾਈਓਵਰ ਬਣਾਇਆ ਜਾ ਰਿਹਾ ਹੈ। ਨਵੇਂ ਯਾਤਰੂ ਨਿਵਾਸ ਦਾ ਨਿਰਮਾਣ ਹੋ ਰਿਹਾ ਹੈ। ਟੀਵੀ ਚੈਨਲਾਂ ਵੱਲੋਂ ਇਲਾਹੀ ਕੀਰਤਨ ਦੇ ਸਿੱਧੇ ਪ੍ਰਸਾਰਣ ਰਾਹੀਂ ਇਸ ਦੇ ਜਲਵੇ ਅਤੇ ਨੂਰ ਨੂੰ ਘਰ ਘਰ ਪਹੁੰਚਾਇਆ ਜਾ ਰਿਹਾ ਹੈ। ਇੱਥੋਂ ਦਾ ਵਾਤਾਵਰਨ ਮਨਮੋਹਣਾ, ਰਮਣੀਕ ਅਤੇ ਸ਼ਾਂਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।